ਮੇਰੇ ਵਿਆਹ ਨੂੰ ਅਜੇ 2 ਮਹੀਨੇ ਹੀ ਹੋਏ ਸਨ ਤੇ ਮੇਰੇ ਢਿੱਡ ਵਿੱਚ ਹਰ ਵਕਤ ਦਰਦ ਰਹਿਣ ਲੱਗਿਆ ਸੀ। ਇੱਕ ਦਿਨ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ। ਮੇਰਾ ਪਤੀ ਤੇ ਮੇਰੀ ਸੱਸ ਮੈਨੂੰ ਹਸਪਤਾਲ ਲੈ ਗਏ। ਡਾਕਟਰ ਨੇ ਚੈੱਕਅਪ ਕਰਕੇ ਜੋ ਦੱਸਿਆ, ਉਹ ਗੱਲ ਸੁਣ ਕੇ ਮੇਰੇ ਸਿਰ ਤੇ ਜਿਵੇਂ ਅਸਮਾਨ ਟੁੱਟ ਪਿਆ। ਉਹ ਬੋਲੀ ਕਿ ਮਰੀਜ਼ ਦੀ ਡਿਲੀਵਰੀ ਦਾ ਵਕਤ ਆ ਗਿਆ ਹੈ, ਇਸ ਨੂੰ ਜਲਦੀ ਨਾਲ ਡਿਲੀਵਰੀ ਰੂਮ ਵਿੱਚ ਲੈ ਕੇ ਚੱਲੋ। ਮੈਨੂੰ ਲੱਗਿਆ ਕਿ ਮੇਰਾ ਪਤੀ ਹੁਣੇ ਮੈਨੂੰ ਤਲਾਕ ਦੇ ਦੇਵੇਗਾ, ਪਰ ਉਸਨੇ ਮੇਰਾ ਹੱਥ ਫੜ ਕੇ ਕਿਹਾ ਕਿ ਤੂੰ ਫਿਕਰ ਨਾ ਕਰ, ਸਭ ਠੀਕ ਹੋ ਜਾਵੇਗਾ। ਮੈਂ ਇੱਕ ਬੱਚੇ ਨੂੰ ਜਨਮ ਦੇ ਦਿੱਤਾ ਸੀ, ਪਰ ਹੁਣ ਤੱਕ ਮੈਨੂੰ ਯਕੀਨ ਨਹੀਂ ਹੋਇਆ ਸੀ ਕਿ ਇਹ ਬੱਚਾ ਮੇਰਾ ਹੀ ਹੈ, ਕਿਉਂਕਿ ਵਿਆਹ ਤੋਂ ਪਹਿਲਾਂ ਵੀ ਮੇਰਾ ਕਿਸੇ ਲੜਕੇ ਨਾਲ ਕੋਈ ਚੱਕਰ ਨਹੀਂ ਸੀ। ਮੈਨੂੰ ਉਸ ਬੱਚੇ ਨਾਲ ਵੀ ਕੋਈ ਪਿਆਰ ਲਗਾਵ ਨਹੀਂ ਹੋਇਆ, ਪਰ ਮੈਨੂੰ ਉਸ ਵਕਤ ਜ਼ਿਆਦਾ ਹੈਰਾਨੀ ਹੁੰਦੀ ਜਦੋਂ ਮੇਰੀ ਸੱਸ ਮੇਰੇ ਅੱਗੇ ਹੱਥ ਜੋੜਦੀ ਤੇ ਮਾफ़ੀ ਮੰਗਦੀ। ਇੱਕ ਦਿਨ ਉਸ ਦਾ ਰਾਜ਼ ਜਾਣਨ ਲਈ ਮੈਂ ਆਪਣੀ ਸੱਸ ਦੇ ਫ਼ੋਨ ਤੋਂ ਆਪਣੇ ਪਤੀ ਨੂੰ ਮੈਸੇਜ ਕੀਤਾ। ਪਤੀ ਦਾ ਜਵਾਬ ਪੜ੍ਹ ਕੇ ਤਾਂ ਮੈਂ ਹੈਰਾਨ ਹੋ ਗਈ, ਕਿਉਂਕਿ ਮੈਂ ਸ਼ੀਸ਼ੇ ਦੇ ਸਾਹਮਣੇ ਖੜੀ ਆਪਣੇ ਮੁਰਝਾਏ ਹੋਏ ਵਜੂਦ ਨੂੰ ਦੇਖ ਰਹੀ ਸੀ। ਮੇਰੀਆਂ ਅੱਖਾਂ ਦੇ ਨੀਚੇ ਹਲਕੀ ਹਲਕੀ ਕਾਲੇ ਰੰਗ ਦੀ ਲਕੀਰ ਬਣ ਚੁੱਕੀ ਸੀ। ਸਿਰ ਦੇ ਵਾਲ ਵੀ ਸਫੇਦ ਹੋਣ ਲੱਗੇ ਸੀ। ਰੰਗ ਇਹੋ ਜਿਹਾ ਹੋ ਗਿਆ ਸੀ ਕਿ ਦੇਖ ਕੇ ਹੀ ਦਿਲ ਪਰੇਸ਼ਾਨ ਹੋ ਜਾਂਦਾ। ਮੈਂ ਕਾਫੀ ਮੋਟੀ ਵੀ ਹੋ ਗਈ ਸੀ, ਜਦਕਿ ਮੇਰੇ ਕਮਰੇ ਵਿੱਚ ਲੱਗੀਆਂ ਤਸਵੀਰਾਂ ਨੂੰ ਦੇਖ ਕੇ ਤਾਂ ਕੋਈ ਪਹਿਚਾਣ ਵੀ ਨਹੀਂ ਸਕਦਾ ਕਿ ਉਹ ਮੈਂ ਸੀ। ਨਰਮ ਨਾਜ਼ੁਕ ਚਿਹਰਾ, ਚਮਕਦੀਆਂ ਅੱਖਾਂ। ਮੈਂ ਹੁਣ ਹਰ ਵਕਤ ਪਰੇਸ਼ਾਨ ਰਹਿਣ ਲੱਗੀ ਸੀ, ਕਿਉਂਕਿ ਮੇਰੀ ਉਮਰ ਦੀਆਂ ਸਾਰੀਆਂ ਕੁੜੀਆਂ ਦਾ ਵਿਆਹ ਹੋ ਚੁੱਕਿਆ ਸੀ, ਪਰ ਮੈਂ ਅਜੇ ਤੱਕ ਕੁਆਰੀ ਸੀ। ਮੇਰੀ ਮਾਂ ਮੂੰਹ ਤੋਂ ਤਾਂ ਕੁਝ ਨਹੀਂ ਬੋਲਦੀ ਸੀ, ਪਰ ਮੈਨੂੰ ਪਤਾ ਸੀ ਕਿ ਉਹ ਅੰਦਰ ਹੀ ਅੰਦਰ ਮੇਰੇ ਲਈ ਪਰੇਸ਼ਾਨ ਰਹਿੰਦੀ ਹੈ। ਮੈਂ ਸ਼ੀਸ਼ੇ ਦੇ ਸਾਹਮਣੇ ਖੜੀ ਇਹ ਸਭ ਸੋਚ ਰਹੀ ਸੀ ਕਿ ਭਾਬੀ ਨੇ ਆਵਾਜ਼ ਮਾਰੀ ਕਿ ਨੇਹਾ ਆ ਜਾ, ਚਾਹ ਬਣ ਗਈ ਹੈ, ਸਾਰੇ ਇਕੱਠੇ ਬੈਠ ਕੇ ਪੀਵਾਂਗੇ। ਮੈਂ ਵੀ ਉਹਨਾਂ ਨਾਲ ਤੁਰ ਪਈ। ਭਾਬੀ ਤੇਜ਼-ਤੇਜ਼ ਤੁਰਦੀ ਸੀ, ਜਦਕਿ ਮੈਂ ਲੰਗੜਾ ਕੇ ਤੁਰਦੀ ਸੀ। ਉਹ ਅੱਗੇ ਨਿਕਲ ਗਈ ਤਾਂ ਪਿੱਛੇ ਮੁੜ ਕੇ ਮੈਨੂੰ ਦੇਖ ਕੇ ਹੱਸਦੀ ਹੋਈ ਬੋਲੀ, ਜਦ ਤੋਂ ਤੇਰਾ ਭਤੀਜਾ 2 ਸਾਲ ਦਾ ਹੋਇਆ ਹੈ, ਮੈਨੂੰ ਹਰ ਕੰਮ ਜਲਦੀ ਜਲਦੀ ਕਰਨ ਦੀ ਆਦਤ ਪੈ ਗਈ। ਆ ਜਾ ਮੇਰੇ ਨਾਲ। ਭਾਬੀ ਨੇ ਮੇਰਾ ਹੱਥ ਫੜ ਲਿਆ ਸੀ। ਮੈਂ ਆਪਣੀ ਭਾਬੀ ਨੂੰ ਕਿਹਾ ਕਿ ਸੋਨੀ, ਤੂੰ ਮੇਰੇ ਤੋਂ 5 ਮਹੀਨੇ ਛੋਟੀ ਆ ਨਾ। ਉਸ ਨੇ ਇਸ ਗੱਲ 'ਤੇ ਸਿਰ ਹਿਲਾ ਦਿੱਤਾ। ਤਾਂ ਮੈਂ ਕਿਹਾ ਕਿ ਤੇਰਾ ਵਿਆਹ ਤਾਂ 5 ਸਾਲ ਪਹਿਲਾਂ ਹੋ ਚੁੱਕਿਆ ਹੈ, ਕਿਉਂਕਿ ਤੂੰ ਬਹੁਤ ਸੋਹਣੀ ਹੈ, ਪਰ ਮੈਂ ਆਪਣੇ ਮਾਂ-ਬਾਪ 'ਤੇ ਹੁਣ ਤੱਕ ਬੋਝ ਬਣੀ ਬੈਠੀ ਹਾਂ, ਕਿਉਂਕਿ ਮੈਂ ਲੰਗੜੀ ਵੀ ਹਾਂ ਤੇ ਮੋਟੀ ਵੀ। ਸੋਨੀ ਇੱਕਦਮ ਪਰੇਸ਼ਾਨ ਹੋ ਗਈ ਤੇ ਕਹਿਣ ਲੱਗੀ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ, ਰੱਬ ਸਭ ਕੁਝ ਠੀਕ ਕਰੇਗਾ। ਇੱਕ ਦਿਨ ਤੈਨੂੰ ਵੀ ਚੰਗਾ ਪਤੀ ਮਿਲ ਜਾਵੇਗਾ, ਤੂੰ ਫਿਕਰ ਨਾ ਕਰ। ਮੈਂ ਚੁੱਪ ਹੋ ਗਈ। ਸ਼ਾਮ ਨੂੰ ਮੈਂ ਆਪਣੇ ਕਮਰੇ ਵਿੱਚ ਬੈਠੀ ਰਮਾਇਣ ਪੜ੍ਹ ਰਹੀ ਸੀ। ਮੇਰੀ ਭਾਬੀ ਭੱਜਦੇ ਹੋਏ ਮੇਰੇ ਕਮਰੇ ਵਿੱਚ ਆਈ ਤੇ ਬੋਲੀ ਕਿ ਨੇਹਾ, ਜਲਦੀ ਨਾਲ ਵਧੀਆ ਜਿਹੇ ਕੱਪੜੇ ਪਾ ਕੇ ਤਿਆਰ ਹੋ ਕੇ ਬਾਹਰ ਆ ਜਾ, ਤੇਰੇ ਲਈ ਰਿਸ਼ਤਾ ਆਇਆ ਹੈ। ਮੈਂ ਤਾਂ ਭਾਬੀ ਵੱਲ ਦੇਖਦੀ ਹੀ ਰਹਿ ਗਈ। ਮੈਂ ਕਿਹਾ, ਮੇਰੇ ਲਈ ਰਿਸ਼ਤਾ? ਉਹ ਕਿਵੇਂ? ਭਾਬੀ ਨੇ ਕਿਹਾ ਕਿ ਮਾਂ ਨੇ ਰਿਸ਼ਤਾ ਕਰਵਾਉਣ ਵਾਲੀ ਆਂਟੀ ਨੂੰ ਰਿਸ਼ਤੇ ਬਾਰੇ ਕਿਹਾ ਸੀ, ਤਾਂ ਉਹ ਰਿਸ਼ਤਾ ਲੈ ਕੇ ਆਈ ਹੈ। ਮੈਂ ਕਿਹਾ ਕਿ ਸੋਨੀ, ਕੀ ਫਾਇਦਾ ਹੈ ਤਿਆਰ ਹੋਣ ਦਾ, ਜਦ ਮੁੰਡੇ ਵਾਲਿਆਂ ਨੇ ਮੈਨੂੰ ਰਿਜੈਕਟ ਹੀ ਕਰਨਾ ਹੈ। ਉਹ ਕਹਿਣ ਲੱਗੀ ਕਿ ਨਾ ਉਮੀਦਾਂ ਵਾਲੀਆਂ ਗੱਲਾਂ ਨਾ ਕਰ, ਹੋ ਸਕਦਾ ਹੈ ਕਿ ਉਹ ਤੈਨੂੰ ਪਸੰਦ ਕਰ ਲੈਣ। ਮੈਂ ਤਿਆਰ ਹੋ ਕੇ ਬਾਹਰ ਆ ਗਈ। ਉੱਥੇ ਇੱਕ ਮੁੰਡਾ ਤੇ ਇੱਕ ਆਂਟੀ ਬੈਠੇ ਹੋਏ ਸੀ। ਆਂਟੀ ਮੈਨੂੰ ਦੇਖ ਕੇ ਖੁਸ਼ੀ ਨਾਲ ਉੱਠ ਕੇ ਖੜੀ ਹੋ ਗਈ। ਉਸਨੇ ਮੈਨੂੰ ਪਿਆਰ ਨਾਲ ਆਪਣੇ ਕੋਲ ਬੁਲਾਇਆ, ਜਦਕਿ ਮੈਂ ਤਿਰਛੀ ਨਜ਼ਰ ਨਾਲ ਉਸ ਲੜਕੇ ਨੂੰ ਦੇਖਿਆ ਸੀ। ਅੱਜ ਮੈਨੂੰ ਪਹਿਲੀ ਵਾਰ ਇਹ ਅਹਿਸਾਸ ਹੋਇਆ ਸੀ ਕਿ ਪਹਿਲੀ ਨਜ਼ਰ ਦਾ ਪਿਆਰ ਕਿਸ ਨੂੰ ਕਹਿੰਦੇ ਹਨ। ਉਹ ਮੁੰਡਾ ਵੀ ਮੇਰੇ ਵੱਲ ਦੇਖ ਕੇ ਮੁਸਕਰਾਇਆ। ਮੇਰੇ ਦਿਲ ਤੋਂ ਨਿਕਲਿਆ ਕਿ ਹੇ ਰੱਬਾ, ਇਹ ਲੋਕ ਮੈਨੂੰ ਪਸੰਦ ਕਰ ਲੈਣ। ਫਿਰ ਆਂਟੀ ਨੇ ਕਿਹਾ ਕਿ ਤੁਹਾਡੀ ਬੇਟੀ ਸਾਨੂੰ ਪਸੰਦ ਹੈ, ਜੇ ਤੁਸੀਂ ਕਹੋ ਤਾਂ ਅਸੀਂ ਹੁਣੇ ਸ਼ਗਨ ਪਾ ਜਾਂਦੇ ਹਾਂ। ਮੇਰੀ ਮਾਂ ਨੇ ਕਿਹਾ ਕਿ ਜੇਕਰ ਇਹ ਗੱਲ ਮੇਰੇ ਹੱਥ ਵਿੱਚ ਹੋਵੇ ਤਾਂ ਮੈਂ ਯਕੀਨਨ ਤੁਹਾਨੂੰ ਸ਼ਗਨ ਪਾਉਣ ਲਈ ਕਹਿ ਦੇਣਾ ਸੀ। ਨੇਹਾ ਦੇ ਪਿਤਾ ਜੀ ਆਫਿਸ ਗਏ ਹੋਏ ਹਨ। ਜਦੋਂ ਉਹ ਘਰ ਆ ਜਾਣਗੇ ਤਾਂ ਮੈਂ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਫੋਨ ਕਰ ਦੇਵਾਂਗੀ। ਫਿਰ ਉਹ ਲੋਕ ਚਲੇ ਗਏ। ਦੋਨੇ ਪਾਸੇ ਤੋਂ ਹਾਂ ਹੋ ਗਈ ਸੀ। ਸਿਰਫ 1 ਮਹੀਨੇ ਦੇ ਵਿੱਚ ਹੀ ਵਿਆਹ ਦੀ ਤਾਰੀਖ ਵੀ ਤੈਅ ਹੋ ਗਈ ਸੀ। ਮੈਂ ਆਪਣੇ ਘਰਦਿਆਂ ਨੂੰ ਸਖਤੀ ਨਾਲ ਮਨਾ ਕਰ ਦਿੱਤਾ ਸੀ ਕਿ ਮੈਂ ਧੂਮ-ਧਾਮ ਨਾਲ ਵਿਆਹ ਨਹੀਂ ਕਰਵਾਉਣਾ।
ਮੇਰੇ ਦਿਲ ਵਿੱਚ ਇਹ ਡਰ ਸੀ ਕਿ ਲੋਕ ਮੈਨੂੰ ਦੇਖ ਕੇ ਹੱਸਣਗੇ। ਘਰਦਿਆਂ ਨੇ ਵੀ ਮੇਰੀ ਗੱਲ ਮੰਨ ਲਈ ਸੀ ਤੇ ਮੇਰਾ ਸਾਦੇ ਤਰੀਕੇ ਨਾਲ ਵਿਆਹ ਹੋਇਆ। ਹੁਣ ਮੈਂ ਰਮਨ ਦੀ ਦੁਲਹਨ ਬਣ ਚੁੱਕੀ ਸੀ। ਮੈਂ ਬਹੁਤ ਖੁਸ਼ ਸੀ। ਥੋੜ੍ਹੀ ਦੇਰ ਬਾਅਦ ਰਮਨ ਵੀ ਕਮਰੇ ਵਿੱਚ ਆ ਗਿਆ। ਉਹ ਬਹੁਤ ਖੁਸ਼ ਲੱਗ ਰਿਹਾ ਸੀ। ਉਸਨੇ ਮੈਨੂੰ ਮੂੰਹ ਦਿਖਾਈ ਦੀ ਰਸਮ ਦੇ ਅੰਗੂਠੀ ਪਾ ਦਿੱਤੀ। ਉਸਨੇ ਕਿਹਾ ਕਿ ਨੇਹਾ, ਮੈਂ ਅੱਜ ਬਹੁਤ ਖੁਸ਼ ਹਾਂ ਕਿ ਤੂੰ ਅੱਜ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਈ। ਜਦ ਕਿ ਮੈਨੂੰ ਇਸ ਗੱਲ ਦਾ ਹੁਣ ਤੱਕ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਕਿਵੇਂ ਹੋ ਗਿਆ, ਕਿ ਉਹ ਇੱਕ ਮੋਟੀ ਜਿਹੀ ਬੇਸੂਰਤ ਜਿਹੀ ਕੁੜੀ ਨੂੰ ਪਾ ਕੇ ਕਿਵੇਂ ਖੁਸ਼ ਹੋ ਸਕਦਾ ਹੈ। ਮੈਂ ਕਿਹਾ ਕਿ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ। ਉਹ ਮੇਰੇ ਸਵਾਲ 'ਤੇ ਮੁਸਕਰਾ ਪਏ ਤੇ ਕਹਿਣ ਲੱਗੇ ਕਿ ਤੂੰ ਮੈਨੂੰ ਪਸੰਦ ਆ ਗਈ ਸੀ, ਇਸ ਲਈ ਮੈਂ ਤੇਰੇ ਨਾਲ ਵਿਆਹ ਕਰਾ ਲਿਆ। ਮੈਂ ਸਵਾਲ ਵਿੱਚੋਂ ਹੀ ਸਵਾਲ ਕੱਢ ਰਹੀ ਸੀ ਤਾਂ ਕਿ ਰਮਨ ਦਾ ਜਵਾਬ ਸੁਣ ਕੇ ਮੇਰੇ ਦਿਲ ਨੂੰ ਸਕੂਨ ਮਿਲ ਸਕੇ। ਮੈਂ ਕਿਹਾ, ਮੇਰੇ ਵਿੱਚ ਕੀ ਪਸੰਦ ਆਇਆ ਸੀ ਤੁਹਾਨੂੰ? ਉਹ ਬੋਲੇ, ਤੇਰੀ ਓਰੀਜਨੈਲਿਟੀ। ਤੂੰ ਜਿਵੇਂ ਦੀ ਸੀ ਉਵੇਂ ਹੀ ਸਾਡੇ ਸਾਹਮਣੇ ਆ ਗਈ। ਤੂੰ ਆਪਣੇ ਆਪ ਨੂੰ ਮੇਕਅਪ ਕਰਕੇ ਪਰਦੇ ਪਿੱਛੇ ਨਹੀਂ ਲੁਕਾਇਆ ਸੀ। ਮੈਂ ਮੁਸਕਰਾ ਪਈ। ਮੇਰੇ ਵਿਆਹ ਤੋਂ ਬਾਅਦ ਹੀ ਮੇਰੇ ਖੂਬਸੂਰਤ ਦਿਨ ਸ਼ੁਰੂ ਹੋ ਗਏ ਸਨ। ਮੇਰੇ ਪਤੀ ਮੇਰੇ 'ਤੇ ਜਾਨ ਛਿੜਕਦੇ ਸੀ ਤੇ ਮੇਰੀ ਸੱਸ ਵੀ ਮੇਰੇ ਮਾਂ-ਬਾਪ ਵਾਂਗ ਹੀ ਮੇਰਾ ਖਿਆਲ ਰੱਖਦੀ ਸੀ। ਮੈਂ ਬਹੁਤ ਮੋਟੀ ਹੋ ਗਈ ਸੀ ਤੇ ਰਮਨ ਦੇ ਨਾਲ ਬਿਲਕੁਲ ਵੀ ਜੱਚਦੀ ਨਹੀਂ ਸੀ। ਇਸ ਲਈ ਮੈਂ ਸੋਚਿਆ ਕਿ ਮੈਂ ਵੀ ਥੋੜ੍ਹੀ ਡਾਈਟਿੰਗ ਸ਼ੁਰੂ ਕਰ ਲਵਾਂ, ਪਰ ਮੇਰੀ ਸੱਸ ਨੇ ਸਾਫ਼ ਮਨਾ ਕਰ ਦਿੱਤਾ ਤੇ ਕਿਹਾ, ਜੇ ਤੂੰ ਸਮਾਰਟ ਹੋ ਗਈ ਤਾਂ ਰਮਨ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗੇਗੀ। ਇਹ ਸੁਣ ਕੇ ਮੈਂ ਹੈਰਾਨ ਹੋ ਗਈ। ਖੈਰ, ਹਰ ਸ਼ਾਮ ਮੇਰੀ ਸੱਸ ਮੈਨੂੰ ਰਮਨ ਦੇ ਆਉਣ ਤੋਂ ਪਹਿਲਾਂ ਮੈਨੂੰ ਕੁਝ ਨਾ ਕੁਝ ਮਿੱਠਾ ਜ਼ਰੂਰ ਖਵਾਉਂਦੀ ਸੀ, ਜਿਹੜਾ ਕਿ ਮੈਂ ਉਹਨਾਂ ਦਾ ਪਿਆਰ ਸਮਝ ਕੇ ਖਾ ਲੈਂਦੀ ਸੀ। ਅੱਜ ਮੈਨੂੰ ਮੇਰੀ ਸੱਸ ਨੇ ਕੇਕ ਖਿਲਾਇਆ ਸੀ, ਜਿਸ ਨੂੰ ਖਾ ਕੇ ਮੇਰੇ ਪੇਟ ਵਿੱਚ ਜ਼ੋਰ ਦੀ ਦਰਦ ਸ਼ੁਰੂ ਹੋ ਗਿਆ ਸੀ। ਹੁਣ ਤਾਂ ਹਰ ਰੋਜ਼ ਇਵੇਂ ਹੀ ਹੁੰਦਾ ਸੀ। ਜਦ ਵੀ ਮੇਰੀ ਸੱਸ ਮੈਨੂੰ ਕੁਝ ਮਿੱਠਾ ਖਿਲਾਉਂਦੀ ਤਾਂ ਮੇਰੇ ਪੇਟ ਵਿੱਚ ਦਰਦ ਹੋਣ ਲੱਗ ਜਾਂਦਾ। ਜਦ ਤੱਕ ਰਮਨ ਘਰ ਆਉਂਦੇ ਸਨ, ਉਦੋਂ ਤੱਕ ਮੈਂ ਦਰਦ ਨਾਲ ਬਹੁਤ ਪਰੇਸ਼ਾਨ ਹੋ ਜਾਂਦੀ ਸੀ ਤੇ ਫਿਰ ਉਹ ਸਾਰੀ ਰਾਤ ਮੇਰੇ ਲਈ ਜਾਗਦਾ ਰਹਿੰਦਾ ਸੀ। ਇਸ ਤਰ੍ਹਾਂ ਸਾਨੂੰ ਇੱਕ ਦੂਜੇ ਕੋਲ ਬੈਠ ਕੇ ਕੋਈ ਗੱਲ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਸੀ। ਇਸ ਲਈ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੈਂ ਸੋਚਿਆ ਕਿ ਮੈਂ ਆਪਣੀ ਸੱਸ ਦਾ ਦਿੱਤਾ ਹੋਇਆ ਮਿੱਠਾ ਖਾਣਾ ਹੀ ਨਹੀਂ, ਕਿਉਂਕਿ ਮੈਨੂੰ ਉਸ 'ਤੇ ਸ਼ੱਕ ਹੋ ਗਿਆ ਸੀ ਕਿ ਉਹ ਮੇਰੇ ਤੇ ਰਮਨ ਦੇ ਪਿਆਰ ਤੋਂ ਜਲਣ ਲੱਗੀ ਹੈ ਅਤੇ ਸਾਨੂੰ ਇੱਕ ਦੂਜੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਸ਼ਾਮ ਮੇਰੀ ਸੱਸ ਮੇਰੇ ਲਈ ਕਸਟਰਡ ਬਣਾ ਕੇ ਲਿਆਈ ਸੀ। ਮੈਂ ਕਿਹਾ ਕਿ ਮੈਂ ਇਸ ਨੂੰ ਕਮਰੇ ਵਿੱਚ ਜਾ ਕੇ ਖਾ ਲਵਾਂਗੀ। ਉਹ ਕਹਿਣ ਲੱਗੀ ਕਿ ਮੇਰੇ ਸਾਹਮਣੇ ਹੀ ਖਾ ਲਾ। ਮੈਂ ਬਹਾਨੇ ਨਾਲ ਕਿਹਾ ਕਿ ਮੈਨੂੰ ਉਲਟੀ ਦਾ ਜੀ ਹੋ ਰਿਹਾ ਹੈ। ਉਸਨੇ ਕਿਹਾ ਕਿ ਜਦੋਂ ਠੀਕ ਲੱਗੂ ਉਦੋਂ ਖਾ ਲਵੀਂ। ਮੇਰੀ ਸੱਸ ਮੁਸਕਰਾ ਪਈ। ਮੈਂ ਉਸ ਕਸਟਰਡ ਨੂੰ ਲਿਜਾ ਕੇ ਆਪਣੇ ਕਮਰੇ ਵਿੱਚ ਛੁਪਾ ਦਿੱਤਾ। ਮੈਨੂੰ ਲੱਗਿਆ ਕਿ ਅੱਜ ਮੇਰੇ ਪੇਟ ਵਿੱਚ ਦਰਦ ਨਹੀਂ ਹੋਵੇਗਾ, ਪਰ ਮੇਰਾ ਅੰਦਾਜ਼ਾ ਗਲਤ ਸੀ। ਮੇਰੇ ਪੇਟ ਵਿੱਚ ਦਰਦ ਹੋਣ ਲੱਗਿਆ। ਹੌਲੀ-ਹੌਲੀ ਉਹ ਦਰਦ ਵਧਣ ਲੱਗਿਆ। ਦਰਦ ਨਾਲ ਮੈਂ ਰੋਣ ਲੱਗੀ। ਮੇਰੀ ਆਵਾਜ਼ ਸੁਣ ਕੇ ਮੇਰੀ ਸੱਸ ਭੱਜੀ-ਭੱਜੀ ਮੇਰੇ ਕਮਰੇ ਵਿੱਚ ਆਈ ਤੇ ਬੋਲੀ, ਕੀ ਹੋਇਆ ਪੁੱਤ? ਮੈਂ ਰੋਂਦੇ ਹੋਏ ਕਿਹਾ ਕਿ ਰਮਨ ਨੂੰ ਬੁਲਾ ਲਓ, ਮੇਰੀ ਤਬੀਅਤ ਬਹੁਤ ਖਰਾਬ ਹੈ। ਐਨੇ ਨੂੰ ਰਮਨ ਵੀ ਆ ਗਏ। ਉਹਨਾਂ ਨੇ ਮੇਰੀ ਹਾਲਤ ਦੇਖੀ ਤਾਂ ਉਹ ਜਲਦੀ ਨਾਲ ਮੈਨੂੰ ਹਸਪਤਾਲ ਲੈ ਕੇ ਗਏ। ਮੇਰੀ ਸੱਸ ਮੈਨੂੰ ਹੌਸਲਾ ਦਿੰਦੀ ਰਹੀ। ਹਸਪਤਾਲ ਜਾ ਕੇ ਉਹਨਾਂ ਨੇ ਮੈਨੂੰ ਐਮਰਜੈਂਸੀ ਰੂਮ ਵਿੱਚ ਐਡਮਿਟ ਕਰ ਲਿਆ। ਡਾਕਟਰ ਨੇ ਚੈੱਕ ਕੀਤਾ ਤੇ ਬੋਲੀ ਕਿ ਪੇਸ਼ੈਂਟ ਦੀ ਡਿਲੀਵਰੀ ਦਾ ਸਮਾਂ ਆ ਗਿਆ ਹੈ, ਪੇਸ਼ੈਂਟ ਨੂੰ ਡਿਲੀਵਰੀ ਰੂਮ ਵਿੱਚ ਲੈ ਕੇ ਚੱਲੋ। ਮੈਂ ਹੱਕੀ ਬੱਕੀ ਰਹਿ ਗਈ ਤੇ ਉਸ ਡਾਕਟਰ ਦੀ ਤਰਫ ਦੇਖ ਰਹੀ ਸੀ। ਮੈਂ ਉੱਚੀ ਦੇਣੀ ਕਿਹਾ ਕਿ ਇਹ ਨਾਮੁਮਕਿਨ ਹੈ, ਕਿਉਂਕਿ ਮੇਰੇ ਵਿਆਹ ਨੂੰ ਤਾਂ ਅਜੇ 2 ਮਹੀਨੇ ਹੀ ਹੋਏ ਹਨ। ਮੈਨੂੰ ਲੱਗਿਆ ਕਿ ਮੇਰਾ ਪਤੀ ਹੁਣੇ ਮੈਨੂੰ ਤਲਾਕ ਦੇ ਦੇਵੇਗਾ। ਮੈਂ ਬਹੁਤ ਡਰ ਗਈ ਸੀ। ਮੈਂ ਰਮਨ ਨੂੰ ਕਿਹਾ ਕਿ ਰਮਨ, ਮੈਨੂੰ ਇਸ ਹਸਪਤਾਲ ਵਿੱਚੋਂ ਲੈ ਜਾਓ। ਮੈਂ ਨਹੀਂ ਕਰਾਉਣਾ ਇੱਥੇ ਇਲਾਜ। ਇਹ ਡਾਕਟਰ ਪਾਗਲ ਹੈ, ਮੇਰੇ 'ਤੇ ਇਲਜ਼ਾਮ ਲਗਾ ਰਹੀ ਹੈ। ਪਰ ਮੇਰਾ ਦਰਦ ਹੁਣ ਹੌਲੀ-ਹੌਲੀ ਹੋਰ ਵੱਧਦਾ ਜਾ ਰਿਹਾ ਸੀ। ਮੈਂ ਦਰਦ ਨਾਲ ਰੋ ਰਹੀ ਸੀ। ਰਮਨ ਨੇ ਜਲਦੀ ਨਾਲ ਮੇਰਾ ਹੱਥ ਫੜ ਲਿਆ ਤੇ ਕਿਹਾ ਕਿ ਤੂੰ ਘਬਰਾ ਨਾ, ਸਭ ਠੀਕ ਹੋ ਜਾਵੇਗਾ। ਉਹ ਸਭ ਬਾਹਰ ਚਲੇ ਗਏ। ਮੇਰੀ ਡਿਲੀਵਰੀ ਦਾ ਸਮਾਂ ਸ਼ੁਰੂ ਹੋ ਗਿਆ। ਮੈਂ ਇੱਕ ਬੇਟੇ ਨੂੰ ਜਨਮ ਦਿੱਤਾ, ਪਰ ਮੈਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਬੱਚਾ ਮੇਰਾ ਹੈ। ਪਰ ਮੈਂ ਹੁਣੇ ਆਪਣੇ ਬੱਚੇ ਨੂੰ ਪੈਦਾ ਹੁੰਦੇ ਹੋਏ ਆਪਣੀਆਂ ਅੱਖਾਂ ਨਾਲ ਦੇਖਿਆ ਸੀ, ਇਸ ਲਈ ਮੈਨੂੰ ਯਕੀਨ ਕਰਨਾ ਹੀ ਪਿਆ। ਮੈਂ ਦੁੱਖ ਤੇ ਗਮ ਨਾਲ ਬੇਬਸ ਹੋ ਚੁੱਕੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਹੁਣ ਰਮਨ ਦਾ ਸਾਹਮਣਾ ਕਿਵੇਂ ਕਰਾਂਗੀ।
ਉਹ ਸ਼ਾਇਦ ਹੁਣ ਮੈਨੂੰ ਤਲਾਕ ਦੇ ਦੇਣਗੇ। ਮੇਰੀ ਕਿੰਨੀ ਬੇਇੱਜ਼ਤੀ ਹੋਵੇਗੀ। ਇਹ ਸਭ ਗੱਲਾਂ ਸੋਚ-ਸੋਚ ਕੇ ਮੈਂ ਰੋਣ ਲੱਗੀ। ਐਨੇ ਨੂੰ ਮੇਰੀ ਸੱਸ ਤੇ ਰਮਨ ਕਮਰੇ ਵਿੱਚ ਆ ਗਏ ਤੇ ਮੈਨੂੰ ਵਧਾਈਆਂ ਦੇਣ ਲੱਗੇ। ਉਹ ਬਹੁਤ ਖੁਸ਼ ਲੱਗ ਰਹੇ ਸਨ। ਮੇਰੀ ਸੱਸ ਨੇ ਬੱਚੇ ਨੂੰ ਚੁੱਕ ਕੇ ਕਿਹਾ ਕਿ ਦੇਖ ਬਹੂ, ਬੇਟਾ ਹੋਇਆ ਹੈ, ਹੂਬਹੂ ਤੇਰੇ ਵਰਗਾ ਹੀ ਹੈ। ਮੈਂ ਮੂੰਹ ਪਰਾਂ ਨੂੰ ਕਰ ਲਿਆ ਤੇ ਕਿਹਾ ਕਿ ਇਸ ਨੂੰ ਮੇਰੀ ਨਜ਼ਰਾਂ ਤੋਂ ਦੂਰ ਲੈ ਜਾਓ। ਰਮਨ ਨੇ ਕਿਹਾ ਕਿ ਨੇਹਾ, ਤੈਨੂੰ ਕਿਸ ਗੱਲ ਦਾ ਸ਼ੱਕ ਹੈ? ਤੂੰ ਇਸ ਛੋਟੇ ਜਿਹੇ ਬੱਚੇ ਤੇ ਜ਼ੁਲਮ ਨਾ ਕਰ। ਫਿਰ ਅਸੀਂ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਆ ਗਏ। ਘਰ ਆ ਕੇ ਮੈਂ ਰਮਨ ਤੇ ਆਪਣੀ ਸੱਸ ਨੂੰ ਕਿਹਾ ਕਿ ਇਸ ਬੱਚੇ ਦੀ ਪੈਦਾਇਸ਼ ਦੇ ਬਾਰੇ ਮੇਰੇ ਘਰਦਿਆਂ ਨੂੰ ਕੁਝ ਨਾ ਦੱਸਿਓ। ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਪਿਤਾ ਜੀ ਨੂੰ ਪਤਾ ਚੱਲੇ ਕਿ ਉਹਨਾਂ ਦੀ ਬੇਟੀ ਨੇ ਵਿਆਹ ਤੋਂ 2 ਮਹੀਨੇ ਬਾਅਦ ਹੀ ਉਹਨਾਂ ਨੂੰ ਨਾਨਾ ਬਣਾ ਦਿੱਤਾ ਹੈ। ਰਮਨ ਹੁਣ ਵੀ ਮੇਰਾ ਬਹੁਤ ਖਿਆਲ ਰੱਖ ਰਿਹਾ ਸੀ। ਉਸ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਮੈਨੂੰ ਕਦ ਦਾ ਤਲਾਕ ਦੇ ਦਿੰਦਾ। ਮੇਰੀ ਸੱਸ ਹੀ ਉਸ ਬੱਚੇ ਨੂੰ ਸੰਭਾਲਦੀ ਸੀ। ਮੇਰਾ ਤਾਂ ਉਸ ਨੂੰ ਦੇਖਣ ਨੂੰ ਦਿਲ ਨਹੀਂ ਕਰਦਾ ਸੀ। ਰਮਨ ਨੇ ਉਸ ਦਾ ਨਾਮ ਅਬੇ ਰੱਖਿਆ ਸੀ। ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਜਦ ਤੋਂ ਸਾਡੇ ਘਰ ਅਬੇ ਪੈਦਾ ਹੋਇਆ ਸੀ, ਮੇਰਾ ਪਤੀ ਹਰ ਵਕਤ ਆਪਣੀ ਮਾਂ ਦੇ ਨਾਲ ਲੜਦਾ ਰਹਿੰਦਾ ਸੀ, ਜਦ ਕਿ ਉਹ ਪਹਿਲਾਂ ਆਪਣੀ ਮਾਂ ਨਾਲ ਕਦੇ ਉੱਚੀ ਆਵਾਜ਼ ਵਿੱਚ ਵੀ ਗੱਲ ਨਹੀਂ ਕਰਦਾ ਸੀ। ਜਦ ਵੀ ਅਬੇ ਰੋਂਦਾ ਤਾਂ ਮੇਰੀ ਸੱਸ ਉਹਨੂੰ ਮੇਰੇ ਕੋਲ ਲੈ ਕੇ ਆਉਂਦੀ ਤੇ ਕਹਿੰਦੀ, ਬੇਟੀ ਇਸ ਨੂੰ ਚੁੱਪ ਕਰਾ ਦੇ, ਇਹ ਮਾਂ ਦੀ ਖੁਸ਼ਬੂ ਨੂੰ ਤਰਸ ਰਿਹਾ ਹੈ। ਮੈਂ ਮੂੰਹ ਫੇਰ ਲੈਂਦੀ ਤੇ ਕਹਿੰਦੀ ਕਿ ਮੈਂ ਨਹੀਂ ਫੜ ਸਕਦੀ, ਮੇਰੀ ਤਬੀਅਤ ਖਰਾਬ ਹੈ। ਤਾਂ ਮੇਰੀ ਸੱਸ ਰੋਣ ਲੱਗ ਜਾਂਦੀ ਤੇ ਹੱਥ ਜੋੜ ਕੇ ਕਹਿੰਦੀ ਕਿ ਬਹੂ ਮੈਨੂੰ ਮਾफ़ ਕਰ ਦੇ। ਜੇ ਮੈਂ ਵਜ੍ਹਾ ਪੁੱਛਦੀ ਤਾਂ ਉਹ ਚੁੱਪ ਕਰ ਜਾਂਦੀ। ਮੈਂ ਬਹੁਤ ਹੈਰਾਨ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ। ਜਦ ਰਮਨ ਆਫਿਸ ਤੋਂ ਘਰ ਵਾਪਸ ਆਏ ਤਾਂ ਮੇਰੀ ਸੱਸ ਦੀ ਉੱਚੀ-ਉੱਚੀ ਬੋਲਣ ਦੀ ਆਵਾਜ਼ ਆ ਰਹੀ ਸੀ। ਐਵੇਂ ਲੱਗਦਾ ਸੀ ਕਿ ਉਹ ਬਹੁਤ ਗੁੱਸੇ ਵਿੱਚ ਹਨ। ਉਹ ਕਹਿ ਰਹੇ ਸਨ ਕਿ ਮੇਰੀ ਬੁੜੀ ਹੱਡੀਆਂ ਵਿੱਚ ਹੁਣ ਇੰਨੀ ਤਾਕਤ ਨਹੀਂ ਕਿ ਮੈਂ ਬੱਚੇ ਨੂੰ ਸੰਭਾਲ ਸਕਾਂ। ਇਸ ਦੀ ਮਾਂ ਨੂੰ ਕਹਿ ਕੇ ਬੱਚਾ ਸੰਭਾਲਣਾ ਹੈ ਤਾਂ ਸੰਭਾਲੇ, ਨਹੀਂ ਤਾਂ ਅਸੀਂ ਬੱਚਾ ਸੰਭਾਲਣ ਲਈ ਇਸ ਦੀ ਦੂਸਰੀ ਮਾਂ ਲੈ ਆਵਾਂਗੇ। ਫਿਰ ਰਮਨ ਗੁੱਸੇ ਭਰੀ ਆਵਾਜ਼ ਵਿੱਚ ਬੋਲਿਆ। ਉਹ ਕਹਿ ਰਿਹਾ ਸੀ ਕਿ ਮਾਂ, ਇਹ ਸਭ ਤੁਹਾਡੀ ਵਜ੍ਹਾ ਨਾਲ ਹੀ ਹੋਇਆ ਹੈ। ਜੇ ਤੁਸੀਂ ਉਹ ਸਭ ਨਾ ਕਰਦੇ ਜੋ ਤੁਸੀਂ ਕੀਤਾ ਹੈ ਤਾਂ ਯਕੀਨਨ ਹੀ ਹਾਲਾਤ ਇਹ ਨਹੀਂ ਹੋਣੇ ਸੀ। ਹੁਣ ਮੇਰੀ ਸੱਸ ਚੁੱਪ ਕਰ ਗਈ ਸੀ। ਥੋੜ੍ਹੀ ਦੇਰ ਬਾਅਦ ਰਮਨ ਕਮਰੇ ਵਿੱਚ ਆਏ ਤਾਂ ਮੈਂ ਡਰ ਗਈ ਸੀ ਕਿ ਉਹ ਮੇਰੇ ਨਾਲ ਲੜਾਈ ਕਰਨਗੇ, ਪਰ ਉਹ ਮੁਸਕਰਾ ਕੇ ਬੋਲੇ ਕਿ ਤੂੰ ਇਸ ਗੁਲਾਬੀ ਰੰਗ ਦੇ ਸੂਟ ਵਿੱਚ ਬਹੁਤ ਸੋਹਣੀ ਲੱਗ ਰਹੀ ਹੈ। ਮੈਂ ਮੁਸਕਰਾ ਪਈ। ਮੇਰੀ ਜ਼ਿੰਦਗੀ ਰਮਨ ਦੇ ਕਾਰਨ ਰੌਸ਼ਨ ਹੋ ਗਈ ਸੀ। ਮੈਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਬਹੁਤ ਸੋਹਣੀ ਹੋ ਗਈ ਸੀ। ਮੈਂ ਬਹੁਤ ਖੁਸ਼ ਸੀ, ਪਰ ਹੁਣ ਮੈਨੂੰ ਆਪਣੀ ਸੱਸ 'ਤੇ ਸ਼ੱਕ ਹੋ ਗਿਆ ਸੀ। ਮੈਨੂੰ ਇਹ ਲੱਗਣ ਲੱਗਿਆ ਸੀ ਕਿ ਮੇਰੀ ਸੱਸ ਜਿਹੜਾ ਮੈਨੂੰ ਮਿੱਠਾ ਖਿਲਾਉਂਦੀ ਸੀ, ਉਸ ਦੀ ਵਜ੍ਹਾ ਨਾਲ ਹੀ ਤਾਂ ਕਿਤੇ ਬੱਚਾ ਪੈਦਾ ਨਹੀਂ ਹੋਇਆ, ਕਿਉਂਕਿ ਜਦੋਂ ਬੱਚਾ ਪੈਦਾ ਹੋਇਆ ਸੀ ਉਦੋਂ ਤੋਂ ਮੇਰੀ ਸੱਸ ਨੇ ਮੈਨੂੰ ਕੁਝ ਵੀ ਮਿੱਠਾ ਨਹੀਂ ਖਿਲਾਇਆ ਸੀ। ਰਮਨ ਨੇ ਅਬੇ ਦੇ ਲਈ ਇੱਕ ਆਇਆ ਦਾ ਇੰਤਜ਼ਾਮ ਕਰ ਲਿਆ ਸੀ। ਹੁਣ ਉਹੀ ਅਬੇ ਨੂੰ ਸੰਭਾਲਦੀ ਸੀ। ਇੱਕ ਦਿਨ ਸ਼ਾਮ ਨੂੰ ਜਦੋਂ ਮੈਂ ਸੌਂ ਕੇ ਉੱਠੀ ਤਾਂ ਆਇਆ ਨੇ ਮੈਨੂੰ ਕਿਹਾ ਕਿ ਤੁਹਾਡੀ ਸੱਸ ਕੀ ਪਾਗਲ ਹੈ? ਮੈਂ ਕਿਹਾ ਕਿ ਤੂੰ ਐਵੇਂ ਕਿਉਂ ਕਹਿ ਰਹੀ ਆ? ਉਸਨੇ ਕਿਹਾ ਕਿ ਜਦ ਤੁਸੀਂ ਸੁੱਤੇ ਪਏ ਸੀ ਤਾਂ ਤੁਹਾਡੀ ਸੱਸ ਤੁਹਾਡੇ ਕੋਲ ਜਾ ਕੇ ਬੈਠ ਗਈ ਤੇ ਰੋਈ ਜਾ ਰਹੀ ਸੀ ਤੇ ਬਾਰ-ਬਾਰ ਕਹਿ ਰਹੀ ਸੀ ਕਿ ਮੈਨੂੰ ਮਾਫ਼ ਕਰ ਦੇ। ਮੈਂ ਉਸ ਦੀ ਗੱਲ ਸੁਣ ਕੇ ਚੁੱਪ ਹੋ ਗਈ। ਹੁਣ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਕੁਝ ਤਾਂ ਗੜਬੜ ਹੈ। ਮੈਂ ਉਸ ਕੰਮ ਵਾਲੀ ਆਇਆ ਨੂੰ ਕਿਹਾ ਕਿ ਤੂੰ ਮੇਰੀ ਸੱਸ 'ਤੇ ਨਜ਼ਰ ਰੱਖੀ, ਉਹ ਜੋ ਕੁਝ ਵੀ ਕਰਦੀ ਹੈ ਉਸ ਬਾਰੇ ਮੈਨੂੰ ਆ ਕੇ ਦੱਸੀ। ਉਸਨੇ ਕਿਹਾ, ਠੀਕ ਹੈ ਮੇਮ ਸਾਹਿਬ। ਰਮਨ ਸਟੱਡੀ ਰੂਮ ਵਿੱਚ ਸੀ। ਉਹ ਆਪਣੇ ਆਫਿਸ ਦੇ ਕੰਮ ਅਕਸਰ ਉੱਥੇ ਬੈਠ ਕੇ ਹੀ ਕਰਦੇ ਸੀ। ਮੈਂ ਉਹਨਾਂ ਲਈ ਚਾਹ ਬਣਾ ਕੇ ਲੈ ਗਈ। ਮੈਂ ਸੋਚਿਆ ਕਿ 2 ਪਲ ਉਹਨਾਂ ਕੋਲ ਬੈਠ ਕੇ ਕੋਈ ਗੱਲਬਾਤ ਕਰ ਲਵਾਂਗੇ, ਪਰ ਮੈਂ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਰਮਨ ਘਬਰਾ ਗਏ ਸਨ ਤੇ ਉਹਨਾਂ ਦੇ ਹੱਥ ਵਿੱਚੋਂ ਕੁਝ ਫੋਟੋਆਂ ਥੱਲੇ ਡਿੱਗ ਪਈਆਂ। ਮੇਰੀ ਨਜ਼ਰ ਉਹਨਾਂ ਫੋਟੋਆਂ 'ਤੇ ਪਈ ਤਾਂ ਉਹਨਾਂ ਵਿੱਚ ਰਮਨ ਮੁਸਕਰਾਉਂਦੇ ਹੋਏ ਖੜ੍ਹੇ ਸੀ ਤੇ ਉਹਨਾਂ ਦੇ ਨਾਲ ਇੱਕ ਬਹੁਤ ਸੋਹਣੀ ਕੁੜੀ ਖੜੀ ਸੀ, ਜਿਸਨੇ ਰਮਨ ਦਾ ਹੱਥ ਮਜ਼ਬੂਤੀ ਨਾਲ ਫੜਿਆ ਹੋਇਆ ਸੀ। ਇਸ ਤੋਂ ਪਹਿਲਾਂ ਕਿ ਮੈਂ ਉਸ ਦੀ ਸ਼ਕਲ ਦੇਖ ਸਕਾਂ, ਰਮਨ ਨੇ ਉਹ ਫੋਟੋਆਂ ਚੱਕ ਲਈਆਂ। ਇੱਕ ਵਾਰ ਤਾਂ ਮੈਨੂੰ ਸ਼ੱਕ ਹੋਇਆ ਕਿ ਕਿਤੇ ਮੇਰਾ ਪਤੀ ਮੈਨੂੰ ਧੋਖਾ ਤਾਂ ਨਹੀਂ ਦੇ ਰਿਹਾ। ਇਹ ਇੱਕ ਅਜਿਹੀ ਗੱਲ ਸੀ ਜਿਸ ਦੇ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੇਰੇ 'ਤੇ ਤਾਂ ਜਿਵੇਂ ਕਿਆਮਤ ਆ ਗਈ ਹੋਵੇ। ਰਮਨ ਜਲਦੀ ਨਾਲ ਉੱਠਿਆ ਤੇ ਕਹਿਣ ਲੱਗਿਆ, ਆਓ ਨੇਹਾ, ਮੇਰੇ ਕੋਲ ਬੈਠ।
ਇਸ ਗੱਲ ਨੇ ਮੈਨੂੰ ਅੰਦਰ ਤੱਕ ਹਿਲਾ ਦਿੱਤਾ ਸੀ। ਮੈਂ ਉਲਟੇ ਕਦਮਾਂ ਨਾਲ ਵਾਪਸ ਮੁੜ ਆਈ ਅਤੇ ਆਪਣੇ ਕਮਰੇ ਵਿੱਚ ਆ ਕੇ ਪੈ ਗਈ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਰੋਂਦੇ ਰੋਂਦੇ ਕਦੋਂ ਸੌਂ ਗਈ ਮੈਨੂੰ ਖੁਦ ਨਹੀਂ ਪਤਾ ਲੱਗਿਆ। ਮੈਨੂੰ ਨੀਂਦ ਵਿੱਚ ਵੀ ਅਜੀਬ ਜਿਹੇ ਸੁਪਨੇ ਆਉਣ ਲੱਗੇ। ਮੈਂ ਰਮਨ ਦੀ ਆਵਾਜ਼ ਸੁਣ ਕੇ ਇੱਕਦਮ ਉੱਠ ਕੇ ਬੈਠ ਗਈ। ਰਮਨ ਬੜਾ ਪਰੇਸ਼ਾਨ ਜਿਹਾ ਲੱਗ ਰਿਹਾ ਸੀ। ਉਸਨੇ ਕਿਹਾ ਕਿ ਨੇਹਾ, ਕੀ ਗੱਲ ਹੈ? ਤੂੰ ਨੀਂਦ ਵਿੱਚ ਕਿਉਂ ਰੋ ਰਹੀ ਸੀ? ਮੈਂ ਵੈਸੇ ਹੀ ਬਹੁਤ ਪਰੇਸ਼ਾਨ ਸੀ, ਇਸ ਲਈ ਮੈਨੂੰ ਕੋਈ ਜਵਾਬ ਨਾ ਸੁੱਝਿਆ। ਮੈਂ ਕਿਹਾ ਕਿ ਕੋਈ ਬੁਰਾ ਸੁਪਨਾ ਦੇਖ ਲਿਆ ਸੀ। ਰਮਨ ਨੇ ਕਿਹਾ ਕਿ ਤੂੰ ਮੂੰਹ ਹੱਥ ਧੋ ਲੈ, ਮੈਂ ਤੇਰੇ ਲਈ ਖਾਣਾ ਲੈ ਕੇ ਆਉਂਦਾ ਹਾਂ। ਰਮਨ ਕਮਰੇ ਵਿੱਚੋਂ ਬਾਹਰ ਚਲਿਆ ਗਿਆ। ਮੈਨੂੰ ਬਹੁਤ ਪਿਆਸ ਲੱਗੀ ਸੀ। ਮੇਜ਼ 'ਤੇ ਪਏ ਹੋਏ ਜੱਗ ਵਿੱਚ ਪਾਣੀ ਨਹੀਂ ਸੀ, ਇਸ ਲਈ ਮੈਂ ਰਮਨ ਦੇ ਪਿੱਛੇ ਹੀ ਰਸੋਈ ਵਿੱਚ ਚਲੇ ਗਈ। ਪਰ ਮੇਰੇ ਕਦਮ ਰਸੋਈ ਵਿੱਚੋਂ ਆਉਂਦੀ ਆਵਾਜ਼ ਨੂੰ ਸੁਣ ਕੇ ਰੁਕ ਗਏ। ਮੇਰੀ ਸੱਸ ਰਮਨ ਨਾਲ ਕੁਝ ਗੱਲ ਕਰ ਰਹੀ ਸੀ, ਜਿਸ ਦੇ ਜਵਾਬ ਵਿੱਚ ਰਮਨ ਬੋਲਿਆ ਕਿ ਮੈਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ। ਹਾਂ, ਮੈਂ ਦੂਜਾ ਵਿਆਹ ਕੀਤਾ ਹੈ ਉਸ ਨਾਲ, ਪਰ ਮੈਂ ਦਿਲੋਂ ਜਾਨ ਨਾਲ ਪਿਆਰ ਕਰਦਾ ਹਾਂ ਉਸਨੂੰ। ਮੈਂ ਉਸ ਬਗੈਰ ਨਹੀਂ ਰਹਿ ਸਕਦਾ। ਇਹ ਗੱਲਾਂ ਹਥੌੜੇ ਦੀ ਤਰ੍ਹਾਂ ਮੇਰੇ ਦਿਲ 'ਤੇ ਵੱਜ ਰਹੀਆਂ ਸਨ। ਕੀ ਰਮਨ ਨੇ ਦੂਜਾ ਵਿਆਹ ਕੀਤਾ ਹੈ? ਮੇਰੀਆਂ ਅੱਖਾਂ 'ਚੋਂ ਹੰਝੂ ਟਪਕ ਰਹੇ ਸਨ। ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ। ਕਮਰੇ ਵਿੱਚ ਜਦ ਰਮਨ ਵਾਪਸ ਆਏ ਤਾਂ ਮੈਨੂੰ ਦੇਖ ਕੇ ਦੰਗ ਰਹਿ ਗਏ। ਉਹ ਬੋਲੇ, ਨੇਹਾ, ਜਦੋਂ ਮੈਂ ਕਮਰੇ ਵਿੱਚੋਂ ਗਿਆ ਸੀ ਤਾਂ ਤੂੰ ਕੁਝ ਸੰਭਲ ਗਈ ਸੀ, ਪਰ ਹੁਣ ਤੂੰ ਫਿਰ ਤੋਂ ਬੇਚੈਨ ਲੱਗ ਰਹੀ ਹੈ। ਕੀ ਗੱਲ ਹੈ, ਮੈਨੂੰ ਦੱਸ। ਤੂੰ ਕਿਸ ਗੱਲ ਦੀ ਟੈਨਸ਼ਨ ਲਈ ਬੈਠੀ ਹੈ? ਮੇਰਾ ਦਿਲ ਤਾਂ ਕੀਤਾ ਕਿ ਮੈਂ ਉਹਨਾਂ ਨੂੰ ਕਹਿ ਦੇਵਾਂ ਕਿ ਤੁਹਾਡੇ ਦੂਜੇ ਵਿਆਹ ਦਾ ਦੁੱਖ ਮੈਨੂੰ ਅੰਦਰ ਹੀ ਅੰਦਰ ਖਾਈ ਜਾ ਰਿਹਾ ਹੈ, ਪਰ ਮੈਂ ਚੁੱਪ ਰਹੀ। ਮੈਂ ਰਮਨ ਤੋਂ ਨੀਂਦ ਦੀ ਗੋਲੀ ਮੰਗੀ ਤੇ ਬੋਲੀ ਕਿ ਜੇ ਮੈਂ ਨਾ ਸੁੱਤੀ ਤਾਂ ਮੇਰਾ ਸਿਰ ਫਟ ਜਾਵੇਗਾ। ਰਮਨ ਨੇ ਬਿਨਾਂ ਕੁਝ ਬੋਲੇ ਮੈਨੂੰ ਗੋਲੀ ਦੇ ਦਿੱਤੀ ਤੇ ਫਿਰ ਮੈਂ ਪਤਾ ਨਹੀਂ ਕਿੰਨਾ ਚਿਰ ਸੌਂਦੀ ਰਹੀ। ਜਦ ਮੈਂ ਸਵੇਰੇ ਉੱਠੀ ਤਾਂ ਰਮਨ ਆਫਿਸ ਜਾ ਚੁੱਕੇ ਸਨ। ਮੈਂ ਆਪਣੇ ਕਮਰੇ ਵਿੱਚੋਂ ਬਾਹਰ ਆਈ। ਮੇਰੀ ਨਜ਼ਰ ਮੇਰੀ ਸੱਸ ਦੇ ਫੋਨ 'ਤੇ ਪਈ, ਜਿਹੜਾ ਕਿ ਸੋਫੇ 'ਤੇ ਪਿਆ ਹੋਇਆ ਸੀ। ਮੈਂ ਜਲਦੀ ਨਾਲ ਫੋਨ ਚੁੱਕਿਆ ਤੇ ਰਮਨ ਦੇ ਸਟੱਡੀ ਰੂਮ ਵਿੱਚ ਆ ਗਈ। ਮੈਂ ਰਮਨ ਦੇ ਨੰਬਰ 'ਤੇ ਮੈਸੇਜ ਕੀਤਾ ਕਿ ਨੇਹਾ ਦਾ ਕੀ ਕਰਨਾ ਹੈ। ਇਸ ਮੈਸੇਜ ਨੂੰ ਸੈਂਡ ਕਰਦੇ ਵਕਤ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਰਹੀ ਸੀ। ਮੇਰਾ ਦਿਲ ਬਹੁਤ ਘਬਰਾ ਰਿਹਾ ਸੀ। ਐਨੇ ਨੂੰ ਰਮਨ ਨੇ ਫੋਨ ਕਰ ਲਿਆ। ਫੋਨ ਵੱਜਣ ਲੱਗਾ ਤੇ ਮੇਰੇ ਹੱਥ ਥਰ-ਥਰ ਕੰਬ ਰਹੇ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ। ਐਨੇ ਨੂੰ ਫੋਨ ਬੰਦ ਹੋ ਗਿਆ ਤੇ ਮੈਂ ਚੈਨ ਦੀ ਸਾਹ ਲਈ, ਪਰ ਫਿਰ ਤੋਂ ਫੋਨ ਵੱਜਣ ਲੱਗਾ। ਜਦ ਤੀਜੀ ਵਾਰ ਫੋਨ ਵੱਜਿਆ ਤਾਂ ਮੈਂ ਫੋਨ ਚੁੱਕ ਲਿਆ। ਫੋਨ ਤੋਂ ਰਮਨ ਦੀ ਗੁੱਸੇ ਵਾਲੀ ਆਵਾਜ਼ ਆ ਰਹੀ ਸੀ, ਮਾਂ, ਤੁਸੀਂ ਨੇਹਾ ਦੀ ਜਾਨ ਨੂੰ ਛੱਡ ਕਿਉਂ ਨਹੀਂ ਦਿੰਦੇ? ਉਸਨੇ ਕੀ ਵਿਗਾੜਿਆ ਹੈ ਤੁਹਾਡਾ? ਆਪਣੀ ਪਸੰਦ ਦਾ ਵਿਆਹ ਕੀਤਾ ਸੀ ਤੁਹਾਡੇ ਬੇਟੇ ਨੇ। ਜੋ ਵੀ ਸਜ਼ਾ ਦੇਣੀ ਹੈ ਮੈਨੂੰ ਦਿਓ, ਨੇਹਾ ਨੂੰ ਨਹੀਂ। ਤੁਹਾਨੂੰ ਯਾਦ ਹੈ ਨਾ, 2 ਸਾਲ ਪਹਿਲਾਂ ਜਦ ਮੈਂ ਨੇਹਾ ਨਾਲ ਲਵ ਮੈਰਿਜ ਕੀਤੀ ਸੀ, ਜਦ ਕਿ ਤੁਸੀਂ ਚਾਹੁੰਦੇ ਸੀ ਕਿ ਮੈਂ ਤੁਹਾਡੀ ਸਹੇਲੀ ਦੀ ਕੁੜੀ ਨਾਲ ਵਿਆਹ ਕਰਵਾਵਾਂ, ਪਰ ਮੈਂ ਨਹੀਂ ਮੰਨਿਆ ਸੀ। ਪਰ ਤੁਸੀਂ ਵੀ ਆਪਣੀ ਜਿੱਦ 'ਤੇ ਅੜੇ ਹੋਏ ਸੀ, ਇਸ ਲਈ ਮੈਂ ਉਸ ਨਾਲ ਕੋਰਟ ਮੈਰਿਜ ਕਰਵਾ ਲਈ ਸੀ। ਮੈਂ ਜਦ ਉਸ ਨੂੰ ਵਿਆਹ ਕੇ ਘਰ ਲੈ ਕੇ ਆਇਆ ਤਾਂ ਤੁਸੀਂ ਹਰ ਤਰ੍ਹਾਂ ਨਾਲ ਸਾਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ, ਸਾਡੇ ਵਿੱਚ ਗਲਤਫਹਿਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਤੇ ਜਦ ਇਹਨਾਂ ਸਭ ਕਰਨ ਦੇ ਬਾਵਜੂਦ ਵੀ ਤੁਸੀਂ ਸਾਨੂੰ ਅਲੱਗ ਨਾ ਕਰ ਸਕੇ ਤਾਂ ਤੁਸੀਂ ਨੇਹਾ ਦਾ ਐਕਸੀਡੈਂਟ ਕਰਵਾ ਦਿੱਤਾ ਤਾਂ ਜੋ ਉਹ ਮਰ ਜਾਵੇ। ਪਰ ਮਾਂ, ਮੈਂ ਸੋਚਦਾ ਹਾਂ ਕਿ ਤੁਹਾਡਾ ਦਿਲ ਇੰਨਾ ਪੱਥਰ ਦਿਲ ਕਿਉਂ ਬਣ ਗਿਆ ਸੀ? ਨੇਹਾ ਉਸ ਹਾਦਸੇ ਵਿੱਚ ਪੂਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਡਾਕਟਰ ਵੀ ਹੈਰਾਨ ਸਨ ਕਿ ਉਹ ਬਚ ਕਿਵੇਂ ਗਈ, ਪਰ ਉਹ ਕੋਮਾ ਵਿੱਚ ਚਲੀ ਗਈ ਸੀ। ਜਦ ਤੁਹਾਨੂੰ ਪਤਾ ਲੱਗਿਆ ਸੀ ਕਿ ਉਹ ਮਾਂ ਬਣਨ ਵਾਲੀ ਸੀ, ਉਸ ਵਕਤ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ ਤੇ ਤੁਸੀਂ ਮੈਨੂੰ ਸਾਰਾ ਕੁਝ ਦੱਸ ਦਿੱਤਾ ਸੀ। ਤੁਹਾਨੂੰ ਯਾਦ ਹੈ ਕਿ ਮੈਂ ਵੀ ਕਈ ਮਹੀਨੇ ਤੁਹਾਡੇ ਨਾਲ ਗੱਲ ਨਹੀਂ ਕੀਤੀ ਸੀ। ਨੇਹਾ ਬੱਚੇ ਦੀ ਵਜ੍ਹਾ ਨਾਲ ਜਲਦੀ ਠੀਕ ਹੋ ਗਈ ਸੀ, ਪਰ ਉਸਦੀ ਯਾਦਾਸ਼ਤ ਚਲੀ ਗਈ ਸੀ। ਉਹ ਇਹ ਸਮਝਦੀ ਸੀ ਕਿ ਹੁਣ ਤੱਕ ਉਸਦਾ ਵਿਆਹ ਨਹੀਂ ਹੋਇਆ ਹੈ, ਉਹ ਕੁਆਰੀ ਹੈ, ਇਸ ਲਈ ਉਸਦੇ ਮਾਂ-ਬਾਪ ਉਸ ਨੂੰ ਆਪਣੇ ਨਾਲ ਲੈ ਗਏ ਸਨ। ਮਾਂ, ਤੁਸੀਂ ਵੀ ਜਾਣਦੇ ਹੋ ਕਿ 6 ਮਹੀਨੇ ਬਾਅਦ ਨੇਹਾ ਦੀ ਭਾਬੀ ਦਾ ਫੋਨ ਆਇਆ ਸੀ ਕਿ ਤੁਸੀਂ ਉਸ ਨੂੰ ਹੁਣ ਦੁਬਾਰਾ ਵਿਆਹ ਕੇ ਲੈ ਜਾਵੋ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਅਜੇ ਤੱਕ ਮੇਰਾ ਵਿਆਹ ਨਹੀਂ ਹੋਇਆ, ਇਸ ਲਈ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀ ਹੈ। ਉਸ ਦਿਨ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਤੇ ਕਿਹਾ ਸੀ ਕਿ ਆਪਾਂ ਹੁਣ ਉਸ ਲਈ ਰਿਸ਼ਤਾ ਲੈ ਕੇ ਜਾਂਦੇ ਹਾਂ। ਜਦ ਨੇਹਾ ਆਪਣੇ ਘਰ ਵਿਆਹ ਕੇ ਆਈ ਸੀ ਤਾਂ ਤੁਸੀਂ ਉਸ ਦਾ ਬਹੁਤ ਖਿਆਲ ਰੱਖਦੇ ਸੀ। ਤੁਸੀਂ ਹੀ ਉਸ ਦੀ ਦਵਾਈ ਦੀ ਜ਼ਿੰਮੇਵਾਰੀ ਚੁੱਕੀ ਸੀ
ਤੇ ਉਸ ਨੂੰ ਮਿੱਠੇ ਵਿੱਚ ਮਿਲਾ ਕੇ ਦਿੰਦੇ ਸੀ। ਹੁਣ ਤੁਸੀਂ ਫਿਰ ਤੋਂ ਲੋਕਾਂ ਦੀਆਂ ਗੱਲਾਂ ਵਿੱਚ ਆ ਗਏ ਹੋ ਕਿ ਮੈਂ ਦੂਜੀ ਵਾਰ ਵੀ ਨੇਹਾ ਨਾਲ ਹੀ ਵਿਆਹ ਕਿਉਂ ਕੀਤਾ, ਜਦ ਕਿ ਤੁਸੀਂ ਇਹ ਜਾਣਦੇ ਹੋ ਕਿ ਮੈਂ ਨੇਹਾ ਨੂੰ ਦਿਖਾਉਣ ਦੇ ਲਈ ਹੀ ਇਹ ਵਿਆਹ ਕਰਵਾਇਆ ਹੈ। ਉਹ ਤਾਂ ਅਜੇ ਤੱਕ ਇਸ ਸਦਮੇ ਵਿੱਚ ਹੀ ਹੈ ਕਿ ਉਸ ਦਾ ਬੱਚਾ ਵਿਆਹ ਤੋਂ 2 ਮਹੀਨੇ ਬਾਅਦ ਹੀ ਕਿਵੇਂ ਪੈਦਾ ਹੋ ਗਿਆ। ਇਸ ਲਈ ਉਸਨੇ ਖੁਦ ਨੂੰ ਆਪਣੇ ਸਗੇ ਬੱਚੇ ਤੋਂ ਦੂਰ ਰੱਖਿਆ ਹੋਇਆ ਹੈ। ਰਮਨ ਉੱਚੀ ਉੱਚੀ ਬੋਲ ਰਿਹਾ ਸੀ, ਜਦ ਕਿ ਉਸ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਜ਼ੋਰ-ਜ਼ੋਰ ਦੇ ਝਟਕੇ ਮਹਿਸੂਸ ਹੋ ਰਹੇ ਸੀ। ਮੈਂ ਲੜਖੜਾ ਕੇ ਪਿੱਛੇ ਜਾ ਕੇ ਡਿੱਗ ਪਈ। ਜਦ ਮੈਨੂੰ ਹੋਸ਼ ਆਇਆ ਤਾਂ ਮੈਂ ਦੇਖਿਆ ਕਿ ਮੈਂ ਹਸਪਤਾਲ ਦੇ ਬੈੱਡ 'ਤੇ ਪਈ ਸੀ। ਮੈਨੂੰ ਸਾਰੀਆਂ ਗੱਲਾਂ ਯਾਦ ਆ ਚੁੱਕੀਆਂ ਸਨ। ਮੈਂ ਰਮਨ ਨੂੰ ਕਿਹਾ ਕਿ ਮੇਰਾ ਬੇਟਾ ਅਬੇ ਕਿੱਥੇ ਹੈ। ਰਮਨ ਬਹੁਤ ਖੁਸ਼ ਲੱਗ ਰਿਹਾ ਸੀ ਕਿਉਂਕਿ ਮੈਂ ਪਹਿਲੀ ਵਾਰ ਆਪਣੀ ਔਲਾਦ ਨੂੰ ਚੁੰਮਿਆ ਸੀ। ਮੇਰੀ ਸੱਸ ਨੇ ਮੈਥੋਂ ਮਾफ़ੀ ਮੰਗੀ ਤਾਂ ਮੈਂ ਉਹਨਾਂ ਨੂੰ ਮਾफ़ ਕਰ ਦਿੱਤਾ ਸੀ। ਹਾਲਾਂਕਿ ਇਹ ਬਿਲਕੁਲ ਵੀ ਆਸਾਨ ਨਹੀਂ ਸੀ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਮੈਂ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਨੂੰ ਖੋ ਦਿੱਤਾ ਸੀ। ਮੈਂ ਇਹ ਸੋਚ ਕੇ ਉਹਨਾਂ ਨੂੰ ਮਾफ़ ਕਰ ਦਿੱਤਾ ਸੀ ਕਿ ਕੀ ਪਤਾ ਉੱਪਰ ਵਾਲਾ ਮੈਨੂੰ ਵੀ ਮਾफ़ ਕਰ ਦੇਵੇ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।